हाँ जी राजन वैक्टर जी ਜਿਹੜੇ ਇੱਕ ਪੰਜਾਬ ਸਰਕਾਰ ਜਿਹੜੀ ਹੈ 1 ਜੁਲਾਈ ਤੋਂ ਜਿਹੜਾ ਹੈਗਾ ਸੀਏ ਐਕਟ ਲਗਾਉਣ ਜਾ ਰਹੀ ਹੈ ਤੇ ਇਹਦਾ ਜਿਹੜਾ ਹੈਗਾ ਲੈਬੋਰੇਟਰੀ ਐਸੋਸੀਏਸ਼ਨ ਇਸ ਦਾ ਵਿਰੋਧ ਕਰ ਰਹੀ ਹੈ ਕੀ ਕਹਿਣਾ ਤੁਹਾਡਾ ਸਰ ਇਹਦੇ ਬਾਰੇ। ਸਰ ਕਿਸੇ ਕਾਨੂੰਨ ਦਾ ਕੋਈ ਵਿਰੋਧ ਨਹੀਂ ਕਰ ਰਹੀ। ਵਿਰੋਧ ਸਾਡਾ ਜਾਂ ਮੈਡੀਕਲ ਐਸੋਸੀਏਸ਼ਨ ਦਾ ਜਾਂ ਸਾਡੀ ਜੈ ਮਿਲਾਪ ਲੈਬੋਰਟਰੀ ਐਸੋਸੀਏਸ਼ਨ ਦਾ ਜੋ ਵੀ ਵਿਰੋਧ ਹੈ ਉਹ ਇਸ ਦੀ ਪਾਲਿਸੀਜ਼ ਨੂੰ ਲੈ ਕੇ ਹੈ, ਇਹਦੀ ਰੂਲ ਫਰੇਮਿੰਗ ਨੂੰ ਲੈ ਕੇ ਹੈ। ਜੋ ਸਰਕਾਰ ਦਾਵਾ ਕਰ ਰਹੀ ਹੈ ਵੀ ਇਹਦੇ ਜਿਹੜੇ ਰੂਲ ਨੇ ਉਹ ਕਾਰਪੋਰੇਟ ਤੇ ਲਗਾਮ, ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਹਸਪਤਾਲ ਨੇ ਉਹਨਾਂ ਦੀ ਲੁੱਟ ਤੇ ਲਗਾਮ ਲਗਾਵੇਗੀ, ਇਹ ਜਿਹਾ ਬਿਲਕੁਲ ਗਲਤ ਹੈ। ਜਦ ਕਿ ਇਹ ਐਕਟ ਹੈ ਜਿਹੜਾ ਅਸਲ ਦੇ ਵਿੱਚ ਉਹ ਛੋਟੇ ਹਸਪਤਾਲਾਂ ਨੂੰ, ਛੋਟੀਆਂ ਲੈਬਸ ਨੂੰ, ਛੋਟੇ ਕਲੀਨਿਕਸ ਨੂੰ, ਨਰਸਿੰਗ ਹੋਮਸ ਨੂੰ ਖਤਮ ਕਰਕੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਸਪਤਾਲਾਂ ਨੂੰ, ਲੈਬਾਂ ਨੂੰ ਫਾਇਦਾ ਪਹੁੰਚਾਉਣ ਦਾ ਯਤਨ ਕੀਤਾ ਜਾਣਾ ਹੈ। ਇਸ ਐਕਟ ਦਾ ਜੋ ਅਸਲੀ ਗੱਲ ਹੈ, ਇਹਦੇ ਨਾਲ ਇੱਕ ਮਾਡਰਨ ਸਲੇਵਰੀ ਜਿਹਨੂੰ ਕਹਿੰਦੇ ਨੇ, ਜੋ ਆਧੁਨਿਕ ਗੁਲਾਮੀ ਹੈ, ਉਹ ਸ਼ੁਰੂ ਹੋਵੇਗੀ। ਇੰਨੇ ਪੜ੍ਹੇ ਲਿਖੇ ਜੋ ਪ੍ਰੋਫੈਸ਼ਨਲਸ ਨੇ, ਚਾਹੇ ਉਹ ਡਾਕਟਰਸ ਨੇ, ਚਾਹੇ ਉਹ ਲੈਬ ਟੈਕਨੋਲੋਜਿਸਟ, ਲੈਬ ਸਾਇੰਟਿਸਟ ਨੇ, ਉਹਨਾਂ ਨੂੰ ਕਾਰਪੋਰੇਟ ਆਪਣਾ ਗੁਲਾਮ ਬਣਾ ਲੇਗਾ। ਦੂਸਰਾ, ਪਬਲਿਕ ਨੂੰ ਬਹੁਤ ਇਹਦੇ ਨਾਲ ਪਰੇਸ਼ਾਨੀ ਹੋਵੇਗੀ। ਅਗਰ ਛੋਟੇ ਛੋਟੇ ਇੰਨੇ ਨੋਰਮ ਸਰਕਾਰ ਥੋਪੂਗੀ ਛੋਟੀਆਂ ਲੈਬਸ ਤੇ ਜਾਂ ਨਰਸਿੰਗ ਹੋਮਸ ਤੇ, ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਜਿਹੜਾ ਖਰਚਾ ਆਏਗਾ ਉਹ ਅਲਟੀਮੇਟਲੀ ਪਬਲਿਕ ਦੀ ਜੇਬ ਦੇ ਉੱਤੇ ਪਏਗਾ। ਜੋ ਮੱਧਮ ਵਰਗੀ ਪਬਲਿਕ ਹੈ ਉਹਨਾਂ ਤੇ ਇਹ ਬੋਝ ਪੈ ਜਾਏਗਾ। ਮੱਧਮ ਵਰਗੀ ਪਬਲਿਕ ਉਹ ਪਬਲਿਕ ਹੈ ਜਿਹੜੀ ਕਿ ਸਰਕਾਰੀ ਹਸਪਤਾਲ 'ਚ ਨਹੀਂ ਜਾਣਾ ਚਾਹੁੰਦੀ ਔਰ ਜਿਹੜੀ ਕਾਰਪੋਰੇਟ ਹਸਪੀਟਲਾਂ ਦੀ ਲੁੱਟ ਦੇ ਖਿਲਾਫ ਉਹਨਾਂ ਦੇ ਵਿੱਚ ਨਹੀਂ ਜਾਣਾ ਚਾਹੁੰਦੀ। ਤੁਸੀਂ ਕਾਰਪੋਰੇਟ ਹਸਪਤਾਲਾਂ ਵਿੱਚ ਦੇਖਿਆ ਹੋਊਗਾ ਵੀ ਤੁਹਾਡਾ ਸੁਣਨ ਵਾਲਾ ਕੋਈ ਨਹੀਂ ਹੁੰਦਾ। ਰਿਸੈਪਸ਼ਨ ਤੇ ਉਹਨਾਂ ਦੇ EMPLOYEES ਬੈਠੇ ਹੁੰਦੇ ਨੇ, ਤੁਹਾਡੀ ਸੁਣਨ ਵਾਲਾ ਕੋਈ ਨਹੀਂ ਹੁੰਦਾ। ਤੁਹਾਡਾ ਬਿੱਲ ਕੀ ਬਣਦਾ ਹੈ, ਤੁਹਾਡੇ ਨਾਲ ਕੋਈ ਡਾਇਰੈਕਟ ਕੌਣ ਮਾਲਿਕ ਹੈ, ਕੌਣ ਉਹਦਾ ਮੈਨੇਜਿੰਗ ਡਾਇਰੈਕਟਰ ਹੈ, ਤੁਹਾਡੇ ਨਾਲ ਕੋਈ ਪਬਲਿਕ ਨਾਲ ਗੱਲ ਨਹੀਂ ਕਰਦਾ, ਪੇਸ਼ੈਂਟ ਦੇ ਅਟੈਂਡੈਂਟਸ ਨਾਲ। ਜਦ ਕਿ ਜਿਹੜੇ ਛੋਟੇ ਕਲੀਨਿਕਸ, ਛੋਟੀਆਂ ਲੈਬਸ, ਛੋਟੇ ਨਰਸਿੰਗ ਹੋਮਸ ਨੇ, ਤੁਸੀਂ ਡਾਇਰੈਕਟ ਜਾ ਕੇ ਉੱਥੇ ਦੇ ਮਾਲਿਕ, ਉੱਥੇ ਦੇ ਉਹਨੂੰ ਰਨ ਕਰਨ ਵਾਲੇ ਡਾਕਟਰ ਨਾਲ ਪੇਸ਼ੈਂਟ ਜਿਹੜੇ ਨੇ ਉਹ ਡਾਇਰੈਕਟ ਗੱਲ ਕਰ ਪਾਉਂਦੇ ਨੇ। ਤਾਂ ਉਹ ਔਰ ਤੁਹਾਡਾ ਰੇਟ ਵੀ ਕਾਫੀ ਜ਼ਿਆਦਾ ਘੱਟ ਹੁੰਦਾ। ਤਾਂ ਇਹ ਸਿਸਟਮ ਹੈ, ਇਹਦੇ ਨਾਲ ਉਹ ਮੱਧਮ ਵਰਗੀ ਪਬਲਿਕ ਤੇ ਬਹੁਤ ਵੱਡਾ ਨੁਕਸਾਨ ਹੋਵੇਗਾ। ਇਸ ਐਕਟ ਦਾ ਇੱਕੋ ਇੱਕ ਮਕਸਦ ਕਾਰਪੋਰੇਟ ਨੂੰ ਫਾਇਦਾ ਪਹੁੰਚਾਉਣਾ ਹੈ ਔਰ ਇੱਕ ਆਧੁਨਿਕ ਗੁਲਾਮੀ ਦੀ ਸ਼ੁਰੂਆਤ ਹੋਊਗੀ। ਔਰ ਇੰਨੇ ਪੜ੍ਹੇ ਲਿਖੇ ਪ੍ਰੋਫੈਸ਼ਨਲਸ ਨੇ ਜਿਹੜੇ, ਉਹਨਾਂ ਦੀ ਬੇਰੁਜ਼ਗਾਰੀ ਵੀ ਛਾਊਗੀ। ਜੇਕਰ ਮੈਂ ਪੰਜਾਬ ਦੇ ਵਿੱਚ ਲੈਬੋਰਟਰੀਆਂ ਦੀ ਗੱਲ ਕਰਾਂ ਤਾਂ 10,000 ਦੇ ਕਰੀਬ ਲੈਬਸ ਨੇ ਔਰ ਸਰਕਾਰ ਜਿਹੜਾ ਰੂਲ ਬਣਾ ਰਹੀ ਹੈ, ਅਗਰ ਉਹਦੇ ਰੂਲ ਦੇ ਵਿੱਚ ਦੇਖਿਆ ਜਾਵੇ ਤਾਂ ਜੋ ਸੈਂਟਰ ਨਾਲ ਰੂਲ ਬਣਾਇਆ ਆਲਮੋਸਟ ਪੰਜਾਬ ਸਰਕਾਰ ਉਹੀ ਫੋਲੋ ਕਰ ਰਹੀ ਹੈ। ਇੱਕ ਬੇਸਿਕ ਲੈਬ ਜਿਹਦੀ ਗਿਣਤੀ ਪੰਜਾਬ ਦੇ ਵਿੱਚ 10,000 ਹੈ, ਉਹਦੇ ਵਿੱਚ ਇਹ ਲਿਖਿਆ ਜਾਂਦਾ ਹੈ ਵੀ 3 MSc ਚਾਹੀਦੇ ਨੇ ਜਾਂ ਫਿਰ ਇੱਕ PhD ਚਾਹੀਦਾ ਹੈ। ਤਾਂ ਬਹੁਤ ਹੈਰਾਨੀਜਨਕ ਗੱਲ ਹੈ। ਜੇ ਮਤਲਬ ਸਰਕਾਰ ਨੂੰ ਇਹ ਕੁਐਸਚਨ ਪੁੱਛਿਆ ਜਾਣਾ ਚਾਹੀਦਾ ਹੈ ਵੀ ਕੀ ਸਰਕਾਰ ਨੇ ਇਹ ਪਾਲਿਸੀ ਮੇਕਿੰਗ ਤੋਂ ਪਹਿਲਾਂ ਆਪਣਾ ਡਾਟਾ ਕਲੈਕਟ ਕਰਵਾਇਆ ਸੀ? ਕੀ ਸਰਕਾਰ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਕੀ ਵਾਕਈ ਆਪਣੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਇੰਨਾ ਐਜੂਕੇਟ ਕੀਤਾ ਹੈ? ਕੀ 30,000 ਦੇ ਕਰੀਬ MSc ਲੈਬ ਸਾਇੰਟਿਸਟ ਪੰਜਾਬ ਕੋਲ ਅਵੇਲੇਬਲ ਹੈ ਤੇ ਕੀ ਕਿੰਨੇ PhD ਅਵੇਲੇਬਲ ਹੈ? ਸਰਕਾਰ ਨੇ ਖੁਦ ਇੱਕ RTI ਦੇ ਤਹਿਤ ਇੱਕ ਪਤਾ ਕਰਾਇਆ ਗਿਆ ਕਿ ਪੰਜਾਬ ਦੇ ਵਿੱਚ ਕਿੰਨੇ ਪੈਥੋਲੋਜਿਸਟ ਹੈ। ਇੱਕ ਡਾਟਾ ਇਕੱਠਾ ਕੀਤਾ ਗਿਆ ਵੀ ਕਿੰਨੇ MSc ਹੈ। 450 ਦੇ ਕਰੀਬ ਪੈਥੋਲੋਜਿਸਟ ਨੇ। MSc ਬਹੁਤ ਨਾਮ ਮਾਤਰ ਨੇ, PhD ਬਹੁਤ ਨਾਮ ਮਾਤਰ ਨੇ। ਤਾਂ ਡਿਪਲੋਮਾ ਹੋਲਡਰ ਜਿਹੜੇ ਕਿ ਪਿਛਲੇ 40 ਸਾਲ ਤੋਂ ਆਪਣੀਆਂ ਸਰਵਿਸਿਜ਼ ਦੇ ਰਹੇ ਨੇ, BSc ਨੇ, MSc ਨੇ, ਔਰ ਉਹਨਾਂ ਨੂੰ ਅੱਜ ਇੱਕਦਮ ਇੱਕ ਝਟਕੇ ਵਿੱਚ ਕਹਿ ਦੇਣਾ ਕਿ ਹੁਣ ਇੰਨੇ ਬਾਏ ਇੰਨੇ ਸਪੇਸ ਚਾਹੀਦੀ ਹੈ ਔਰ ਇੰਨੇ ਬਾਏ ਇੰਨੇ ਵਰਕਰਸ ਚਾਹੀਦੇ ਨੇ ਔਰ ਇੱਕ ਲੈਬੋਰਟਰੀ ਦੇ ਵਿੱਚ ਜਿੱਥੇ ਕੋਈ ਟ੍ਰੀਟਮੈਂਟ ਨਹੀਂ ਹੁੰਦਾ ਉੱਥੇ ਇੱਕ ਡਾਕਟਰ ਵੀ ਚਾਹੀਦਾ ਹੈ। ਤਾਂ ਇਹ ਮਤਲਬ ਸਮਝ ਨਹੀਂ ਆਉਂਦਾ। ਇਹ ਸਾਰੀਆਂ ਪਾਲਿਸੀਆਂ ਇਹੀ ਸਮਝ ਆਉਂਦਾ ਵੀ ਸਰਕਾਰ ਚਾਹੁੰਦੀ ਹੈ ਵੀ ਇਹ ਬੰਦ ਹੋ ਜਾਣ ਔਰ ਇਹਨਾਂ ਦੀ ਜਗ੍ਹਾ ਕਾਰਪੋਰੇਟ ਕਬਜ਼ਾ ਕਰ ਲਵੇ। ਇਸ ਤੋਂ ਪਹਿਲਾਂ ਜਿਹੜੇ ਇੱਕ ਹੈਗਾ ਅੰਮ੍ਰਿਤਸਰ 'ਚ ਤੁਲੀ ਲੈਬ ਦੇ ਇੱਕ ਕੇਸ ਸਾਹਮਣੇ ਆਇਆ ਸੀ, ਜਿਵੇਂ ਰਿਪੋਰਟ ਗਲਤ ਦੇ ਦਿੱਤੀ ਸੀਗੀ, ਤੇ ਕੀ ਕਹਿਣਾ ਸਰ ਉਹਦਾ ਤੁਹਾਡੇ ਬਾਰੇ? ਦੇਖੋ, ਜਿਹੜਾ ਅੰਮ੍ਰਿਤਸਰ ਦੇ ਵਿੱਚ ਮਾਮਲਾ ਸਾਹਮਣੇ ਆਇਆ ਹੈ ਉਹਦੇ ਦੋ ਪਹਿਲੂ ਨੇ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦਵਾਂ, ਜਿਹੜੀਆਂ ਲੈਬਸ ਹੁੰਦੀਆਂ ਨੇ ਉਹ ਦੋ ਤਰ੍ਹਾਂ ਦੀਆਂ ਲੈਬਸ ਨੇ। ਇੱਕ ਤਾਂ ਇਹਨੂੰ MCI ਕੋਲ ਰਜਿਸਟਰਡ ਡਾਕਟਰਸ ਨੇ ਜਿਹੜੇ MD ਪੈਥ, MD ਬਾਇਓਕੈਮਿਸਟ, MD ਮਾਈਕਰੋ ਉਹ ਚਲਾਉਂਦੇ ਨੇ। ਦੂਸਰੀ ਲੈਬਸ ਜਿਹੜੇ ਲੈਬ ਟੈਕਨੀਸ਼ੀਅਨ, ਟੈਕਨੋਲੋਜੀ ਸਾਇੰਟਿਸਟ ਯਾਨੀ DMLT ਬੈਚਲਰ ਡਿਗਰੀ ਵਾਲੇ, BSc, MSc ਔਰ PhD ਚਲਾਉਂਦੇ ਨੇ। ਹੁਣ 10,000 ਦੇ ਕਰੀਬ ਟੈਸਟ ਨੇ। ਜੇ ਸਰਕਾਰ WHO ਦੀ ਪਾਲਿਸੀਜ਼ ਨੂੰ ਫੋਲੋ ਕਰੇ ਤਾਂ ਉਹਦੇ ਵਿੱਚ ਸਿਲੇਬਸ ਦੇ ਆਧਾਰ ਤੇ ਟੈਸਟ ਵੰਡੇ ਹੁੰਦੇ ਨੇ। ਪਰ ਸਰਕਾਰ ਕੁਝ ਪਾਲਿਸੀਜ਼ ਇਸ ਤਰ੍ਹਾਂ ਦੀਆਂ ਬਣਾਉਂਦੀ ਹੈ ਵੀ ਜਿਹੜਾ MCI ਦਾ ਬੰਦਾ ਹੁੰਦਾ ਹੈ, MCI ਵੱਲੋਂ ਰਿਕਮੈਂਡਡ ਬੰਦਾ ਹੁੰਦਾ ਹੈ, ਉਹਨੂੰ ਹੀ ਇਸ ਕੁਝ ਚੁਣਿੰਦਾ ਟੈਸਟ ਕਰਨ ਦੀ ਪਰਮਿਸ਼ਨ ਮਿਲਦੀ ਹੈ।
ਜੇ ਪਰਮਿਸ਼ਨ ਸਾਰਿਆਂ ਵਿੱਚ ਫੈਲਾ ਕੇ ਦਿੱਤੀ ਜਾਵੇ ਤਾਂ ਉਸ ਪਾਰਟਿਕੂਲਰ ਟੈਸਟ ਤੇ ਅੱਛੀ ਰਿਸਰਚ ਵੀ ਹੋਵੇ, ਉਹਦੇ ਵਿੱਚ ਰਿਜ਼ਲਟ ਵੀ ਅੱਛੇ ਹੋਣ। ਮੈਂ ਇਹ ਨਹੀਂ ਕਹਿੰਦਾ, ਮੈਂ ਉੱਥੇ ਰਿਜ਼ਲਟ ਤੇ ਕੋਈ ਕੁਐਸਚਨਿੰਗ ਨਹੀਂ ਕਰ ਰਿਹਾ। ਦੇਖੋ ਉਹਦਾ ਜਿਹੜਾ ਦੂਸਰਾ ਪਹਿਲੂ ਹੈ ਉਹ ਇਹ ਵੀ ਹੈ, ਇੱਕ ਨਵਾਂ ਟੈਸਟ ਹੈ, ਉਹਦੇ ਬਾਰੇ ਸੈਂਪਲ ਕਲੈਕਸ਼ਨ ਦੇ ਵਿੱਚ ਐਰਰ ਬਹੁਤ ਨੇ। ਖੁਦ ICMR ਕਹਿੰਦੀ ਹੈ ਵੀ 3 ਵਾਰ ਸੈਂਪਲ ਟੈਸਟ ਹੋਣਾ ਚਾਹੀਦਾ। ਅਪ੍ਰੈਲ ਦੇ ਵਿੱਚ ICMR ਨੇ ਬਲੱਡ ਟੈਸਟ ਲਾਂਚ ਕੀਤਾ ਜਿਹਦਾ ਅੱਧੇ ਘੰਟੇ 'ਚ ਰਿਪੋਰਟ ਆ ਜਾਂਦੀ ਸੀ, ਪਰ ਜੇ ਉਹਦੀ ਰਿਪੋਰਟ ਗਲਤ ਆਈ ਤਾਂ ICMR ਨੇ ਬਜਾਏ ਉਹਦੇ ਰਿਸਰਚ ਕਰਾਉਣ ਦੇ ਵੀ ਆਪਾਂ ਉਹਦੇ ਵਿੱਚ ਰਿਸਰਚ ਕਰਕੇ ਡਾਟਾ ਕਲੈਕਟ ਕਰਕੇ ਉਹਨੂੰ ਹੋਰ ਅੱਛਾ ਟੈਸਟ ਬਣਾ ਦਈਏ, ਉਹਨੂੰ ਬੰਦ ਕਰ ਦਿੱਤਾ ਗਿਆ। ਤਾਂ ਨਵੀਂ ਬਿਮਾਰੀ ਹੈ, ਨਵਾਂ ਟੈਸਟ ਹੈ, ਫਾਲਸ ਨੈਗੇਟਿਵ ਬਹੁਤ ਹੈ, ਫਾਲਸ ਪੋਜ਼ਿਟਿਵ ਰਿਜ਼ਲਟ ਬਹੁਤ ਹੈ, ਤਾਂ ਇਹਦੇ ਇੱਥੇ ਅੱਛੀ ਰਿਸਰਚ ਹੋਣੀ ਚਾਹੀਦੀ ਹੈ। ਮੈਂ ਨਹੀਂ ਸਮਝਦਾ ਕੋਈ ਜਾਣਬੁੱਝ ਕੇ ਗਲਤ ਰਿਪੋਰਟ ਦਊਗਾ। ਉਹਨੂੰ ਅੱਛੀ ਤਰ੍ਹਾਂ ਸਰਕਾਰ ਨੂੰ ਪ੍ਰੋਫੈਸ਼ਨਲਸ ਦੀ ਗੱਲ ਸੁਣਨੀ ਚਾਹੀਦੀ ਹੈ ਵੀ ਇੱਕ ਜਿਹੜੀ ਉਹ ਨਵੀਂ ਟੈਕਨੀਕ ਨਾਲ ਟੈਸਟ ਕਰ ਰਹੇ ਨੇ ਤਾਂ ਉਹਦੇ ਵਿੱਚ ਕੀ ਕੀ ਐਰਰ ਆ ਸਕਦੇ ਨੇ, ਸੋਰਸ ਆਫ ਐਰਰ ਆ ਸਕਦੇ ਨੇ। ਅਗਰ ਲੈਬ ਕਹਿ ਰਹੀ ਹੈ ਕਿ ਉਹਦੀ ਡਬਲ ਕ੍ਰਾਸ ਹੋਣਾ ਚਾਹੀਦਾ ਹੈ, ਡਬਲ ਚੈੱਕ ਹੋਣਾ ਚਾਹੀਦਾ ਹੈ, ਰਿਪੀਟ ਸੈਂਪਲ ਉਹਦੇ ਕੋਲ ਆਉਣਾ ਚਾਹੀਦਾ ਹੈ, ਕਿ ਬਜਾਏ ਉਹਨੂੰ ਅਵੇਲੇਬਲ ਕਰਾਉਣ ਦੇ ਉੱਤੇ ਤੇ ਅਟੈਕ ਕਰਨਾ, ਆਈ ਥਿੰਕ ਇਹ ਗਲਤ ਹੈ। ਆਮ ਤੌਰ ਤੇ ਇੱਕ ਜਿਹੜਾ ਹੈਗਾ ਆਪਾਂ ਦੇਖਦੇ ਹਾਂ ਹਸਪਤਾਲਾਂ ਤੇ ਲੈਬਾਂ ਵਿੱਚ ਜਿਹੜਾ ਕਮਿਸ਼ਨ ਦਾ ਮੁੱਦਾ ਰਹਿੰਦਾ ਹੈ, ਤੇ ਇਹਦੇ ਬਾਰੇ ਕੀ ਕਹਿਣਾ ਸਰ ਤੁਹਾਡਾ? ਬੀਇੰਗ ਅ ਐਸੋਸੀਏਸ਼ਨ ਅਸੀਂ ਕਦੇ ਨਹੀਂ ਕਹਿੰਦੇ ਵੀ ਅਸੀਂ ਗਲਤ ਨੂੰ ਕਦੇ ਸਹੀ ਠਹਿਰਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਅਗਰ ਪ੍ਰੋਫੈਸ਼ਨ ਦੇ ਵਿੱਚ, ਅਗਰ ਹੈਲਥ ਕੇਅਰ ਸੈਕਟਰ ਦੇ ਵਿੱਚ ਅਗਰ ਕੁਝ ਗਲਤ ਹੈ ਤਾਂ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਵੀ ਉਹ ਕੁਝ ਰੂਲ ਫਰੇਮ ਕਰੇ, ਅਸੀਂ ਉਹ ਤੋਂ ਕਦੇ ਇਨਕਾਰ ਨਹੀਂ ਕਰਦੇ। ਪਰ ਸਾਡਾ ਸਿਰਫ ਇੱਕੋ ਸਰਕਾਰ ਨੂੰ ਇਹ ਗੱਲ ਕਹਿਣੀ ਹੈ ਵੀ ਅਗਰ 9 ਵੱਧਦੇ ਨੇ, ਅਗਰ ਆਪਣੇ ਹੱਥ ਦੇ 9 ਵੱਧਦੇ ਨੇ ਤਾਂ 9 ਹੀ ਕੱਟਣੇ ਚਾਹੀਦੇ ਨੇ, ਉਂਗਲੀਆਂ ਨਹੀਂ ਕੱਟਣੀਆਂ ਚਾਹੀਦੀਆਂ। ਤਾਂ ਸਰਕਾਰ ਅਗਰ ਗਲਤ ਨੂੰ ਰੋਕਥਾਮ ਲਈ ਕੋਈ ਰੂਲ ਫਰੇਮ ਕਰਦੀ ਹੈ ਤਾਂ ਉਹਦੇ ਨਾਲ ਜੋ ਜੈਨੂਅਨ ਬੰਦੇ ਨੇ ਉਹ ਨਹੀਂ ਮਤਲਬ ਪਰੇਸ਼ਾਨ ਹੋਣੇ ਚਾਹੀਦੇ। ਰਾਜਨ ਜੀ, ਇੱਕ ਜਿਹੜਾ ਹੈਗਾ ਸਮਰਾਲੇ ਇੱਕ ਪੁਲਿਸ ਅਤੇ ਲੈਬ ਮਾਲਕਾਂ ਵਿਚਾਲੇ ਜਿਹੜਾ ਹੈਗਾ ਇੱਕ ਝਗੜਾ ਹੋਇਆ ਸੀਗਾ, ਕੀ ਸੀਗਾ ਉਹ ਮਸਲਾ? ਦੇਖੋ, ਕਰੋਨਾ ਵਾਇਰਸ ਦੇ ਦੌਰਾਨ ਪੂਰੇ ਪੰਜਾਬ ਦੇ ਵਿੱਚ ਸਰਕਾਰ ਨੇ ਜੋ ਵੀ ਰੂਲ ਫਰੇਮ ਕੀਤੇ, ਹਰੇਕ ਡਿਸਟ੍ਰਿਕਟ ਦੇ ਵਿੱਚ DC ਸਾਹਿਬ ਨੇ ਔਰ ਹਰੇਕ ਸ਼ਹਿਰ ਦੇ ਵਿੱਚ SDM ਸਾਹਿਬ ਨੇ ਆਪਣੇ ਆਪਣੇ ਅਲੱਗ-ਅਲੱਗ ਰੂਲ ਫਰੇਮ ਕੀਤੇ। ਪਰ ਆਮ ਤੌਰ ਤੇ ਜੋ ਹੈਲਥ ਸੇਵਾਵਾਂ ਨੇ ਉਹਦੇ ਵਿੱਚ ਬੜੀ ਹੌਚ-ਪੌਚ ਦੀ ਸਥਿਤੀ ਰਹੀ। ਅਗਰ ਹੈਲਥ ਸੇਵਾਵਾਂ ਬੰਦ ਹੁੰਦੀਆਂ ਨੇ ਤਾਂ ਮਤਲਬ ਸਰਕਾਰ ਕਹਿੰਦੀ ਹੈ ਵੀ ਤੁਸੀਂ ਭਗੌੜੇ ਹੋ, ਅਗਰ ਅਸੀਂ ਖੋਲ੍ਹਦੇ ਹਾਂ ਤਾਂ ਮਤਲਬ ਸਰਕਾਰ ਰਿਟਨ ਦੇ ਵਿੱਚ ਲਿਖ ਕੇ ਭੇਜਦੀ ਹੈ ਵੀ ਐਸੈਂਸ਼ੀਅਲ ਸਰਵਿਸਿਜ਼ ਨੇ। ਪਰ ਸਮਰਾਲੇ ਜੋ ਇੰਸੀਡੈਂਟ ਹੋਇਆ ਵੀ ਸ਼ਾਮ ਦੇ 5 ਵਜੇ ਉੱਥੇ ਪੁਲਿਸ ਦੇ ਅਧਿਕਾਰੀ, ਇੱਕ ਸਾਡੇ ਬਹੁਤ ਸੀਨੀਅਰ ਲੜਕੀ ਹੈ ਉੱਥੇ ਮਤਲਬ ਜਿਹੜੀ ਲੈਬ ਚਲਾਉਂਦੀ ਹੈ, ਉਹ ਇਕੱਲੀ ਆਪਣੀ ਲੈਬ 'ਚ ਕੰਮ ਕਰ ਰਹੀ ਹੈ, ਤਾਂ ਉਹਨੂੰ ਜਾ ਕੇ ਉੱਥੇ ਲੈਬ ਬੰਦ ਕਰਾਉਣ ਵਾਸਤੇ ਬੜਾ ਪਰੇਸ਼ਾਨ ਕੀਤਾ ਜਾਂਦਾ, ਜਦ ਕਿ ਉਹ ਕਹਿ ਰਹੀ ਹੈ ਵੀ ਨੋਟੀਫਿਕੇਸ਼ਨ ਹੈ ਵੀ ਐਸੈਂਸ਼ੀਅਲ ਸਰਵਿਸਿਜ਼ ਨੇ, ਅਸੀਂ ਲੋਕਾਂ ਨੂੰ ਇਸ ਬਹੁਤ ਖਤਰਨਾਕ ਟਾਈਮ 'ਚ ਸੇਵਾਵਾਂ ਦੇ ਰਹੇ ਹਾਂ। ਤੇ ਮਤਲਬ ਇਸ ਤਰ੍ਹਾਂ ਦੀ ਘਟਨਾਵਾਂ ਹੋ ਜਾਣੀਆਂ ਚਾਹੀਦੀਆਂ ਜੋ ਨਹੀਂ ਹੋਣੀਆਂ ਚਾਹੀਦੀਆਂ। ਅਸੀਂ ਉਹਦੀ ਨਿੰਦਾ ਕਰਦੇ ਹਾਂ ਤੇ ਮਤਲਬ ਰਿਕੁਐਸਟ ਕਰਦੇ ਹਾਂ ਕਿ ਮਤਲਬ ਜਿਹੜਾ ਨੀਚੇ ਤੱਕ ਜਿਹੜੇ ਗਰਾਊਂਡ ਲੈਵਲ ਤੇ ਅਸੀਂ ਸਮਝਦੇ ਹਾਂ ਵੀ ਪੁਲਿਸ ਅਧਿਕਾਰੀ ਵੀ ਬਹੁਤ ਥੱਕੇ ਹੋਏ ਨੇ, ਬੜੀ ਹੈਕਟਿਕ ਸ਼ਡਿਊਲ ਆ ਉਹਨਾਂ ਦਾ, ਪਰ ਉਹਨਾਂ ਤੱਕ ਵੀ ਜਾਣਕਾਰੀ ਦੇਣੀ ਚਾਹੀਦੀ ਹੈ ਵੀ ਐਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਕੌਣ-ਕੌਣ ਆਉਂਦਾ ਹੈ। ਤਾਂ ਹੈਲਥ ਕੇਅਰ ਨੂੰ ਸਰਕਾਰ ਨੇ ਛੂਟ ਦੇ ਰੱਖੀ ਹੈ, ਤਾਂ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਤੇ ਜੇ ਸਰਕਾਰ ਸਪੋਜ਼ CA ਜਿਹੜਾ ਹੈਗਾ ਐਕਟ 'ਚ ਸੋਧ ਨਹੀਂ ਕਰਦੀ ਤਾਂ ਅਗਲੀ ਤੁਹਾਡੀ ਐਸੋਸੀਏਸ਼ਨ ਦੀ ਰਣਨੀਤੀ ਕੀ ਹੋਊਗੀ? ਦੇਖੋ, ਅਸੀਂ ਤਾਂ ਸਾਫ਼ ਕਹਿੰਦੇ ਹਾਂ ਸਰਕਾਰ ਨੂੰ ਵੀ ਜਿਹੜੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅਗਰ ਆਪਾਂ ਇੰਟਰਨੈਸ਼ਨਲ ਸਟੈਂਡਰਡ ਦੇਖੀਏ, ISO CO ਕੋਡ ਆਉਂਦਾ ਹੈ, ਇੰਟਰਨੈਸ਼ਨਲ ਸਟੈਂਡਰਡਸ ਆਫ ਕਲਾਸੀਫਿਕੇਸ਼ਨ ਆਫ ਆਕੂਪੇਸ਼ਨਸ, ਜਿਹੜੀ ਆਕੂਪੇਸ਼ਨਸ ਨੂੰ ਕਲਾਸੀਫਿਕੇਸ਼ਨ ਕੀਤੀ ਹੋਈ ਹੈ, ਜਿਹੜਾ ਲੈਬ ਟੈਕਨੀਸ਼ੀਅਨ, ਲੈਬ ਟੈਕਨੋਲੋਜਿਸਟ, ਲੈਬ ਸਾਇੰਟਿਸਟ ਦਾ ਜਿਹੜਾ ਕੋਡ ਹੈ 3212, ਉਹ ਵੀ ਇਹ ਕਹਿੰਦਾ ਹੈ ਵੀ ਜਿੰਨੇ ਟੈਸਟ ਹੈ ਉਹਨੂੰ ਸਿਲੇਬਸ ਦੇ ਆਧਾਰ ਤੇ ਵੰਡ ਦਿਓ। ਤੁਹਾਨੂੰ ਸਭ ਤੋਂ ਜਾਣ ਕੇ ਹੈਰਾਨੀ ਹੋਊਗੀ ਵੀ ਜੇ ਕਲੀਨਿਕਲ ਐਸਟੈਬਲਿਸ਼ਮੈਂਟ ਐਕਟ ਦੇ ਵਿੱਚ ਲੈਬੋਰਟਰੀ ਦਾ ਜ਼ਿਕਰ ਜਿੱਥੇ ਹੁੰਦਾ ਹੈ, ਕੇਂਦਰ ਦੀ ਸਰਕਾਰ ਨੇ ਜੋ ਕਾਰਪੋਰੇਟ ਨੂੰ ਫਾਇਦਾ ਦੇਣ ਵਾਸਤੇ ਬਿੱਲ ਬਣਾਇਆ ਉਹਦੇ ਵਿੱਚ ਮਸ਼ੀਨਾਂ ਦਾ ਜ਼ਿਕਰ ਹੀ ਨਹੀਂ ਹੈ। ਮੈਂ ਇਹ ਸਮਝਦਾ ਹਾਂ ਵੀ ਜੇ ਲੈਬੋਰਟਰੀ ਦਾ ਸਟੈਂਡਰਡ ਤੁਸੀਂ ਉੱਪਰ ਚੱਕਣਾ ਹੈ, ਤੁਸੀਂ ਮਸ਼ੀਨਾਂ ਤਾਂ ਲਿਖੋ ਨਾ, ਜਿਹੜੀਆਂ ਮਰਜ਼ੀ ਮਸ਼ੀਨਾਂ ਦੱਸੋ, ਅਸੀਂ ਉਹ ਲਗਾਉਣ ਨੂੰ ਤਿਆਰ ਹਾਂ। ਪਰ ਮਸ਼ੀਨਾਂ ਦਾ ਜ਼ਿਕਰ ਵੀ ਨਹੀਂ ਹੈ ਵੀ ਤੁਸੀਂ ਕਿਹੜੀਆਂ ਮਸ਼ੀਨਾਂ ਲਗਾਉਣੀਆਂ ਕਿਹੜੀਆਂ ਨਹੀਂ, ਇੱਕ ਵੀ ਮਸ਼ੀਨ ਦਾ ਜ਼ਿਕਰ ਨਹੀਂ, ਕਿਉਂਕਿ ਉਹ ਮਸ਼ੀਨਾਂ ਦਾ ਜ਼ਿਕਰ ਹੋ ਜਾਊਗਾ ਤਾਂ ਕਾਰਪੋਰੇਟ ਦੇ ਖਰਚਾ ਵੱਧ ਜਾਊਗਾ। ਜ਼ਿਕਰ ਕਿਸ ਚੀਜ਼ ਦਾ ਵੀ ਲੈਬ ਦੇ ਵਿੱਚ 3 ਕਮਰਿਆਂ ਦੀ ਲੈਬ ਹੋਣੀ ਚਾਹੀਦੀ ਹੈ, ਜਿਹੜਾ ਕਿ ਅਸੀਂ ਸਮਝਦੇ ਹਾਂ ਵੀ ਨਾ ਜ਼ਰੂਰੀ ਹੈ। ਇੱਕ ਬੋਝ ਪਾਣਾ ਹੈ ਤੁਸੀਂ ਇੱਕ ਛੋਟੇ ਲੈਬ ਵਾਲੇ ਤੇ। ਲੈਬ ਦੇ ਵਿੱਚ 3 MSc ਹੋਣੇ ਚਾਹੀਦੇ ਨੇ। ਇੱਕ ਛੋਟੀ ਲੈਬ ਹੈ, ਬੇਸਿਕ ਲੈਬ ਹੈ, ਉਹ ਮੁਸ਼ਕਿਲ ਨਾਲ 15-20 ਹਜ਼ਾਰ ਮਹੀਨੇ ਦਾ ਕਮਾਉਂਦਾ ਹੈ। ਉਹ 3 ਇਕੱਠੇ ਹੋ ਕੇ ਕਿੱਥੇ ਲੈਬ ਚਲਾਉਣਗੇ? ਨੈਚੁਰਲੀ ਉਹ ਲੋਕ ਫਿਰ ਨੌਕਰੀ ਕਰਨੀ ਹੋ ਜਾਣਗੇ। ਤਾਂ ਸਰਕਾਰ ਚਾਹੁੰਦੀ ਹੈ ਵੀ ਇਹ ਲੋਕ ਨੌਕਰੀ ਕਰਨ। ਸਰਕਾਰ ਇਹ ਕਹਿੰਦੀ ਵੀ ਲੈਬ ਦੇ ਵਿੱਚ ਡਾਕਟਰ ਹੋਵੇ। ਦੇਖੋ, ਇੱਕ ਟੈਸਟ ਕੀ ਕਰਨਾ ਹੈ ਇਹ ਡਾਕਟਰ ਨੇ ਦੱਸਣਾ ਹੈ। ਡਾਕਟਰ ਪਰਚੀ ਤੇ ਲਿਖ ਕੇ ਦਿੰਦੇ ਨੇ ਵੀ ਇਹ ਟੈਸਟ ਕਰਨਾ ਹੈ, ਅਸੀਂ ਉਹ ਕਰਕੇ ਦਿੰਦੇ ਹਾਂ। ਉਹ ਰਿਪੋਰਟ ਦੇਖ ਕੇ ਡਾਕਟਰ ਨੇ ਡਾਇਗਨੋਸ ਕਰਨਾ ਹੈ। ਲੈਬ ਦਾ ਕੰਮ ਸਿਰਫ ਰਿਪੋਰਟ ਜਨਰੇਟ ਕਰਨਾ ਹੈ।
ਇਹਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਕਾਨੂੰਨ ਇਹੀ ਕਹਿੰਦੇ ਨੇ। ਪਰ ਹੁਣ ਲੈਬੋਰਟਰੀ ਦੇ ਵਿੱਚ ਇੱਕ ਅਲੱਗ ਤੋਂ ਡਾਕਟਰ ਰੱਖੇ ਜਾਣ ਦਾ ਇੱਕ ਮਤਲਬ ਕੋਈ, ਉਹ ਵੀ ਬੇਸਿਕ ਲੈਬ ਦੇ ਵਿੱਚ ਜਿਹੜੇ ਕਿ ਸਿਰਫ ਰੂਟੀਨ ਟੈਸਟ ਕਰਦੀ ਹੈ, ਉਹ ਸਮਝ ਤੋਂ ਮਤਲਬ ਇੱਕ ਤਰ੍ਹਾਂ ਬਾਹਰ ਹੈ। ਸਰਕਾਰ ਨੇ, ਕੇਂਦਰ ਸਰਕਾਰ ਨੇ ਉਹਦੇ ਵਿੱਚ 3 MSc ਕੀਤੇ ਨੇ ਜਿਹੜੇ ਕਿ ਬਹੁਤ ਹੀ ਨਾ ਜ਼ਰੂਰੀ ਨੇ। ਉੱਥੇ ਮਤਲਬ ਅਗਰ ਦੁਨੀਆ ਦੀ ਗੱਲ ਕਰਾਂ, ਅਗਰ ਮੈਂ ਕੈਨੇਡਾ ਦੀ ਗੱਲ ਕਰਾਂ, ਅਗਰ ਮੈਂ ਸਿੰਗਾਪੁਰ ਦੇ ਕਾਨੂੰਨ ਦੀ ਗੱਲ ਕਰਾਂ, ਤਾਂ ਉੱਥੇ ਇੱਕ ਸਿੰਪਲ ਡਿਪਲੋਮਾ ਹੋਲਡਰ ਜਾਂ ਬੈਚਲਰ ਡਿਗਰੀ ਬੇਸਿਕ ਲੈਬ ਚਲਾਉਂਦੇ ਨੇ, ਔਰ ਮੀਡੀਅਮ ਲੈਬ MSc ਵਗੈਰਾ ਚਲਾਉਂਦੇ ਨੇ, ਔਰ ਜੋ ਐਡਵਾਂਸ ਲੈਬ ਹੈ ਉਹ PhD ਔਰ MD ਲੋਕ ਚਲਾਉਂਦੇ ਨੇ। तो सरकार ਨੂੰ ਇੰਟਰਨੈਸ਼ਨਲ ਕਾਨੂੰਨ ਦੇ ਆਧਾਰ ਤੇ ਲੈਬ ਚਲਾਉਣੀ ਚਾਹੀਦੀ ਹੈ, ਪਰ ਸਰਕਾਰ ਜੋ ਹੈ ਉਹ ਕਾਰਪੋਰੇਟ ਨੂੰ ਫਾਇਦਾ ਦੇਣਾ ਚਾਹੁੰਦੀ ਹੈ। ਅਸੀਂ ਅਪੀਲ ਸਰਕਾਰ ਤੋਂ ਇਹੀ ਕਰਦੇ ਹਾਂ ਵੀ ਪੰਜਾਬ ਦੇ ਵਿੱਚ 10,000 ਲੈਬੋਰਟਰੀ ਹੈ ਬੇਸਿਕ ਲੈਬ, ਜੇ ਇਕੱਲੀ ਮੈਂ ਬੇਸਿਕ ਲੈਬ ਦੀ ਗੱਲ ਕਰਾਂ ਉਹਦੇ ਵਿੱਚ 30,000 ਦੇ ਕਰੀਬ ਲੈਬ ਟੈਕਨੀਸ਼ੀਅਨ ਕੰਮ ਕਰਦੇ ਨੇ, ਤਾਂ ਉਹ 30,000 ਪਰਿਵਾਰਾਂ ਦਾ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਤੇ ਸਰਕਾਰ ਨੂੰ ਇਸ ਤਰ੍ਹਾਂ ਦਾ ਰੂਲ ਨਹੀਂ ਫਰੇਮ ਕਰਨਾ ਚਾਹੀਦਾ। ਔਰ ਅਗਰ ਰੂਲ ਫਰੇਮ ਕਰੇ, ਸਾਨੂੰ ਰੂਲ ਤੋਂ ਕੋਈ ਪਰੇਸ਼ਾਨੀ ਨਹੀਂ ਹੈ। ਕਲੀਨਿਕਲ ਐਸਟੈਬਲਿਸ਼ਮੈਂਟ ਐਕਟ ਦਾ ਅਸੀਂ ਸਵਾਗਤ ਕਰਦੇ ਹਾਂ, ਬਟ ਉਸ ਐਕਟ ਦੇ ਵਿੱਚ ਜਿਹੜੀ ਕਾਰਪੋਰੇਟ ਨੂੰ ਫਾਇਦਾ ਦੇਣ ਦੀ ਮਨਸ਼ਾ ਹੈ, ਅਸੀਂ ਉਸ ਦਾ ਵਿਰੋਧ ਕਰਦੇ ਹਾਂ। ਜਿਹੜੀ ਕਹਿਣ ਦਾ ਮਤਲਬ ਵੀ ਹਰ ਲੈਬ 'ਚ ਜਿਹੜਾ ਹੈਗਾ ਡਾਕਟਰ ਰੱਖਣਾ ਪੋਸੀਬਲ ਨਹੀਂ ਹੈਗਾ। ਸਰ, ਸਰਕਾਰ ਕੋ ਆਪਣੇ ਹਸਪਤਾਲਾਂ 'ਚ ਕੰਮ ਕਰਨ ਵਾਸਤੇ ਡਾਕਟਰ ਨਹੀਂ। ਮੈਂ ਇਸ ਦੇ ਨਾਲ ਹੀ ਤੁਹਾਨੂੰ ਇੱਕ ਦਿਖਾਣਾ ਹੈ ਵੀ ਸਰਕਾਰ ਨੇ ਪਿਛਲੇ, ਜਦੋਂ ਕਰੋਨਾ ਦੇ ਵਿੱਚ ਸਰਕਾਰ ਕੋ ਹੈਲਥ ਪ੍ਰੋਫੈਸ਼ਨਲ ਦੀ ਬਹੁਤ ਜ਼ਿਆਦਾ ਘਾਟ ਮਹਿਸੂਸ ਹੋ ਗਈ, ਸਰਕਾਰ ਨੇ ਇੱਕ ਐਡਵਰਟਾਈਜ਼ਮੈਂਟ ਇਸ਼ੂ ਕੀਤੀ ਵੀ 1000 ਰੁਪਇਆ ਪਰ ਡੇ ਤੇ ਸੈਲਰੀ ਤੇ, 1000 ਰੁਪਇਆ ਪਰ ਡੇ ਸੈਲਰੀ ਤੇ ਸਾਨੂੰ ਲੈਬ ਟੈਕਨੀਸ਼ੀਅਨ ਪ੍ਰੋਵਾਈਡ ਕਰਾਇਆ ਜਾਵੇ। ਸਾਡੀ ਐਸੋਸੀਏਸ਼ਨ ਨੇ ਇਹ ਲੈਟਰ 20 ਮਾਰਚ 2020 ਨੂੰ ਮੁੱਖ ਮੰਤਰੀ ਪੰਜਾਬ ਨੂੰ, ਆਪਣੇ ਪ੍ਰਿੰਸੀਪਲ ਹੈਲਥ ਸੈਕਟਰੀ ਜਿਹੜੇ ਨੇ ਅਨੁਰਾਗ ਅਗਰਵਾਲ ਜੀ ਨੂੰ, ਔਰ ਹੈਲਥ ਮਿਨਿਸਟਰ ਬਲਬੀਰ ਸਿੱਧੂ ਜੀ ਨੂੰ ਲਿਖੀ, ਜਿਸ ਦੇ ਵਿੱਚ ਅਸੀਂ ਬਿਨਾਂ ਕਿਸੇ ਸੈਲਰੀ ਤੋਂ ਜਿਹੜੇ ਸਾਡੇ 30,000 ਪ੍ਰਾਈਵੇਟ ਲੈਬ ਟੈਕਨੀਸ਼ੀਅਨ ਨੇ ਉਹ ਸਰਕਾਰੀ ਹਸਪਤਾਲਾਂ ਵਿੱਚ ਸੇਵਾ ਦੇਣ ਦਾ ਵਾਅਦਾ ਕੀਤਾ। ਔਰ ਨਾ ਸਿਰਫ ਰਿਟਨ ਦੇ ਵਿੱਚ ਵਾਅਦਾ ਕੀਤਾ, ਸਰਕਾਰ ਨੇ ਕਰੀਬ 15 ਦਿਨ ਪਹਿਲਾਂ, 20 ਦਿਨ ਪਹਿਲਾਂ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਸਾਡੀ ਐਸੋਸੀਏਸ਼ਨ ਨੂੰ ਸੰਪਰਕ ਕੀਤਾ ਵੀ ਸਾਨੂੰ ਉੱਥੇ ਲੈਬ ਟੈਕਨੀਸ਼ੀਅਨ ਚਾਹੀਦੇ ਨੇ। ਸਾਡੇ ਉੱਥੇ ਕਰੀਬ 10-15 ਦੇ ਕਰੀਬ ਲੈਬ ਟੈਕਨੀਸ਼ੀਅਨ ਬਿਨਾਂ ਸੈਲਰੀ ਤੋਂ ਸੇਵਾ ਦੇਣ ਵੀ ਗਏ। ਸਰਕਾਰ ਕੋਲ ਆਪਣੇ ਮਤਲਬ ਅਦਾਰਿਆਂ ਦੇ ਵਿੱਚ ਤਾਂ ਮਤਲਬ ਡਾਕਟਰਸ ਦੀ ਇੰਨੀ ਘਾਟ ਹੈ, ਲੈਬ ਟੈਕਨੀਸ਼ੀਅਨਸ ਦੀ ਇੰਨੀ ਘਾਟ ਹੈ, ਤਾਂ ਮਤਲਬ ਇਹ ਰੂਲ ਸਮਝ ਤੋਂ ਬਾਹਰ ਹੈ ਵੀ ਸਰਕਾਰ ਕਿਸ ਤਰ੍ਹਾਂ ਕਰ ਰਹੀ ਹੈ ਵੀ ਇੱਕ ਬੇਸਿਕ ਲੈਬ ਦੇ ਵਿੱਚ 3-3 MSc ਜਾਂ ਫਿਰ ਇੱਕ ਡਾਕਟਰ ਅਵੇਲੇਬਲ ਕਰਾਓ, ਜਾਂ ਫਿਰ PhD ਰੱਖਿਆ ਜਿਹੜੇ ਕਿ ਬਹੁਤ ਨਾਮ ਮਾਤਰ ਨੇ। ਅਗਰ ਮੈਂ 10,000 ਦੀ ਆਪਣੀ ਪੰਜਾਬ ਦੀ ਜਿਹੜੀ ਸਾਡੀ ਐਸੋਸੀਏਸ਼ਨ ਹੈ, ਬੇਸਿਕ ਲੈਬੋਰਟਰੀ ਐਸੋਸੀਏਸ਼ਨ ਹੈ, ਜੋ ਕਿ DMLT BSc MSc PhD ਰਨ ਕਰਦੇ ਨੇ, ਅਗਰ ਉਹਨਾਂ ਦੀ ਮੈਂ ਤੁਹਾਨੂੰ ਗਿਣਤੀ ਦੱਸਾਂ, ਮੋਰ ਦੈਨ 95% ਡਿਪਲੋਮਾ ਹੋਲਡਰਸ ਨੇ। ਤਾਂ ਸਰਕਾਰ ਹੁਣ ਤੱਕ 40 ਸਾਲਾਂ ਤੋਂ ਇਹਨਾਂ ਤੋਂ ਸੇਵਾ ਲੈ ਰਹੀ ਹੈ, ਤਾਂ ਸਰਕਾਰ ਕਿਸ ਆਧਾਰ ਤੇ ਲੈ ਰਹੀ ਹੈ? ਹੁਣ ਇੱਕਦਮ ਇਹਨਾਂ ਤੇ ਇਹੋ ਜਿਹਾ ਇਹਨਾਂ ਨੇ ਕੀ ਕਰਤਾ ਵੀ ਸਰਕਾਰ ਇਹਨਾਂ ਤੇ ਇਸ ਤਰ੍ਹਾਂ ਦੀ ਬੋਝ ਪਾ ਰਹੀ ਹੈ? ਤੁਸੀਂ ਸਟੈਂਡਰਡ ਚੱਕੋ, ਤੁਸੀਂ ਕਹੋ ਵੀ ਸਾਨੂੰ ਘੱਟੋ ਘੱਟ ਮਸ਼ੀਨਰੀ ਚਾਹੀਦੀ ਹੈ, ਅਸੀਂ ਉਸ ਚੀਜ਼ ਦਾ ਸਵਾਗਤ ਕਰਾਂਗੇ। ਔਰ ਜਿੱਥੇ ਤੱਕ ਸਰਕਾਰ ਇੱਕ ਹੋਰ ਚੀਜ਼ ਦਾ ਮਤਲਬ ਗਲਤ ਪਬਲਿਕ ਨੂੰ ਇੰਟੀਮੇਟ ਕਰਦੀ ਹੈ ਵੀ ਰੇਟ ਅਸੀਂ ਫਰੇਮ ਕਰਨੇ ਨੇ, ਅਸੀਂ ਪ੍ਰਾਈਸ ਕੰਟਰੋਲ ਕਰਨਾ ਹੈ, ਇਹ ਬਿਲਕੁਲ ਗਲਤ ਹੈ। ਸਰਕਾਰ ਕੋ ਆਲਰੇਡੀ ਪਾਵਰਸ ਨੇ। ਪਿਛਲੇ 4 ਸਾਲ ਤੋਂ ਸਰਕਾਰ ਨੇ ਡੇਂਗੂ ਟੈਸਟ ਦਾ 600 ਰੁਪਇਆ ਰੇਟ ਨਿਰਧਾਰਿਤ ਕੀਤਾ ਹੋਇਆ ਐਪੀਡੈਮਿਕ ਐਕਟ ਦੇ ਅਧੀਨ ਆ ਕੇ, ਔਰ ਉਹ ਸਾਰੀਆਂ ਲੈਬ, ਸਾਰੇ ਹਸਪੀਟਲ ਉਹਦੀ ਪਾਲਣਾ ਕਰਦੇ ਨੇ। 600 ਰੁਪਇਆ ਰੇਟ ਤੈਅ ਹੈ। ਹੁਣ ਕਰੋਨਾ ਦੀ ਬਿਮਾਰੀ ਦੇ ਵਿੱਚ ਜਦੋਂ ਪ੍ਰਾਈਵੇਟ ਹਸਪੀਟਲਸ ਨੇ ਸਟਾਰਟ ਕੀਤਾ, ਪ੍ਰਾਈਵੇਟ ਲੈਬਸ ਨੇ ਸਟਾਰਟ ਕੀਤਾ, ਤਾਂ ਸਰਕਾਰ ਨੇ 4500 ਰੁਪਇਆ ਰੇਟ ਫਿਕਸ ਕੀਤਾ। ਉਦੋਂ ਕਿਹੜਾ CE ਐਕਟ ਸੀਗਾ, ਤੇ ਉਹ ਰੇਟ ਹੁਣ ਵੀ ਚੱਲਦਾ ਹੈ। ਤਾਂ ਸਰਕਾਰ ਕੋਲ ਸਾਰੀਆਂ ਪਾਵਰਸ ਨੇ, ਉਹ ਸਰਕਾਰ ਇਹਨੂੰ ਗਲਤ ਫਰੇਮ ਕਰ ਰਹੀ ਹੈ। ਔਰ ਸਭ ਤੋਂ ਐਂਡ ਦੇ ਵਿੱਚ ਜਿਹੜੀ ਗਲਤ ਚੀਜ਼ ਹੈ, ਸਰਕਾਰ ਇਸ ਚੀਜ਼ ਨੂੰ ਭੁੱਲ ਗਈ ਵੀ ਕਿਸੇ ਵੀ ਐਸਟੈਬਲਿਸ਼ਮੈਂਟ ਨੂੰ ਰਜਿਸਟਰ ਕਰਨ ਤੋਂ ਪਹਿਲਾਂ ਐਸਟੈਬਲਿਸ਼ਮੈਂਟ ਜਿਹੜਾ ਚਲਾ ਰਿਹਾ ਹੈ ਉਹਨੂੰ ਤਾਂ ਰਜਿਸਟਰ ਕਰ ਲਓ। ਸਾਡੀ ਜਿਹੜੀ ਅਲਾਈਡ ਹੈਲਥ ਪ੍ਰੋਫੈਸ਼ਨਲ ਹੈ, ਚਾਹੇ ਫਿਜ਼ੀਓਥੈਰੇਪਿਸਟ ਨੇ, ਚਾਹੇ ਰੇਡੀਓਗ੍ਰਾਫਰਸ ਨੇ, ਚਾਹੇ OT ਟੈਕਨੀਸ਼ੀਅਨ ਨੇ, ਚਾਹੇ ਆਪਟੀਸ਼ੀਅਨਸ ਨੇ, ਚਾਹੇ ਉਹ ਲੈਬ ਟੈਕਨੀਸ਼ੀਅਨਸ ਨੇ, ਇਹਨਾਂ ਦੀ ਰਜਿਸਟ੍ਰੇਸ਼ਨ ਵਾਸਤੇ ਹਜੇ ਆਜ਼ਾਦੀ ਦੇ 70 ਸਾਲ ਬਾਅਦ ਵੀ ਕੌਂਸਲ ਤੱਕ ਦਾ ਗਠਨ ਨਹੀਂ ਹੋਇਆ। ਤਾਂ ਹੁਣ ਸਰਕਾਰ ਪਹਿਲਾਂ ਉਹ ਸਟੈਪ ਪੂਰਾ ਕਰੇ, ਫਿਰ ਅਗਲੇ ਸਟੈਪ ਤੇ ਜਾਵੇ। ਤਾਂ ਮਤਲਬ ਇਹ ਚੀਜ਼ਾਂ ਸਾਨੂੰ ਸਮਝ ਤੋਂ ਬਾਹਰ ਨੇ। ਔਰ ਅਸੀਂ ਇੱਕ ਅਪੀਲ ਐਂਡ ਦੇ ਵਿੱਚ ਇਹੀ ਕਰਾਂਗੇ ਵੀ ਜੋ ਸੰਵਿਧਾਨ ਹੈ ਵੀ ਫॉर ਦਾ ਪੀਪਲ ਬਾਏ ਦਾ ਪੀਪਲ, ਅਸੀਂ ਮੇਜਰ ਸਟੇਕ ਹੋਲਡਰਸ ਹੈ, 10,000 ਲੈਬਸ ਨੇ ਐਸੋਸੀਏਸ਼ਨ ਜਿਨ੍ਹਾਂ ਦੀ ਨੁਮਾਇੰਦਗੀ ਕਰਦੀ ਹੈ, ਤਾਂ ਸਰਕਾਰ ਨੂੰ ਅਸੀਂ 400 ਪੇਜਾਂ ਦਾ ਨਵੰਬਰ 2019 ਦੇ ਵਿੱਚ ਇੱਕ ਵਿਦ ਪ੍ਰੂਫ ਅਸੀਂ ਆਪਣਾ ਸੁਜੈਸ਼ਨ ਔਰ ਆਬਜੈਕਸ਼ਨ ਜਮ੍ਹਾਂ ਕਰਾਈਆਂ ਸੀ NHM ਦੇ ਵਿੱਚ, ਪੰਜਾਬ ਨੈਸ਼ਨਲ ਮੈਡੀਕਲ ਹੈਲਥ ਮਿਸ਼ਨ ਪੰਜਾਬ ਦੇ ਵਿੱਚ। ਤਾਂ ਉਹਦਾ ਹੱਦ ਤੱਕ ਸਾਨੂੰ ਜਵਾਬ ਨਹੀਂ ਦਿੱਤਾ ਗਿਆ ਵੀ ਸਰਕਾਰ ਉਸ
ਸੁਜੈਸ਼ਨ ਔਰ ਆਬਜੈਕਸ਼ਨ ਦੇ ਬਾਰੇ ਕੀ ਆਪਣਾ ਪੱਖ ਰੱਖਦੀ ਹੈ। ਤੇ ਇਹਦੇ ਨਾਲ ਇੱਕ ਤਰ੍ਹਾਂ ਜੇ ਦੇਖਿਆ ਜਾਵੇ ਬੇਰੁਜ਼ਗਾਰੀ ਵੀ ਕਿਤੇ ਨਾ ਕਿਤੇ ਜ਼ਰੂਰ ਵਧੂਗੀ, ਜੇ ਕਿਤੇ ਨਾ ਕਿਤੇ ਆ ਕੇ ਜਿਹੜੇ ਲੈਬ ਜਿਹੜੇ ਹੈਗੇ ਨੇ ਉਹਨਾਂ ਨੂੰ ਬੰਦ ਵੀ ਕਰਨੀਆਂ ਪੈ ਸਕਦੀਆਂ ਨੇ ਇੱਥੇ ਆ ਕੇ। ਸਰ ਨੈਚੁਰਲੀ ਇਹ ਸਾਡੇ ਕੋਲ ਦੋ ਰਸਤੇ ਨੇ, ਜਾਂ ਤਾਂ ਅਸੀਂ ਜਿਹੜੇ ਸਰਕਾਰ ਇੰਨਾ ਸਾਡੇ ਉੱਤੇ ਖਰਚਾ ਪਾ ਰਹੀ ਹੈ, ਮਤਲਬ 3 ਕਮਰਿਆਂ ਦੀ ਲੈਬ, ਇੱਕ ਡਾਕਟਰ ਰੱਖੋ, 3 MSc ਲੈ ਕੇ ਆਓ, ਇਹਨਾਂ ਦੇ ਵਿੱਚ ਸਾਡੇ ਕੋਲ ਦੋ ਰਸਤੇ ਰਹਿ ਜਾਣਗੇ। ਜਾਂ ਤਾਂ ਅਸੀਂ ਕਾਰਪੋਰੇਟ ਦੀ ਗੁਲਾਮੀ ਮਨਜ਼ੂਰ ਕਰ ਲਈਏ, ਜਾਂ ਫਿਰ ਅਸੀਂ ਮਰੀਜ਼ ਉੱਤੇ ਅਸੀਂ ਉਹ ਸਾਰੇ ਖਰਚੇ ਪੂਰੇ ਕਰਕੇ ਮਰੀਜ਼ ਨੂੰ ਰੇਟ ਵਧਾ ਦਈਏ। ਤਾਂ ਅਲਟੀਮੇਟਲੀ ਸਾਡੇ ਕੋਲ ਦੋ ਰਸਤੇ ਰਹਿ ਜਾਣਗੇ।